ਹਾਂਜੀ, जय हिंद ਸਾਰਿਆਂ ਨੂੰ। ਅੱਜ ਆਪਾਂ ETT 6635 ਦੇ ਪੇਪਰ ਵਿੱਚ ਜਰਨਲ ਸਾਇੰਸ ਦਾ ਸੈਕਸ਼ਨ ਹੈ ਜੋ ਉਹਦੇ ਅੰਡਰ ਹਾਈਡਰੋਕਾਰਬਨਸ ਚੈਪਟਰ ਵਿੱਚੋਂ ਆਏ ਹੋਏ ਕੁਐਸਚਨਸ ਸੋਲਵ ਕਰਾਂਗੇ। ਇਹ ਟੌਪਿਕ ਕਲਾਸ 10ਵੀਂ ਦੇ 4th ਚੈਪਟਰ ਵਿੱਚੋਂ ਲਿਆ ਗਿਆ ਹੈ। ਇਹ ਵੀਡੀਓ ਮੈਂ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤੀ ਹੈ ਕਿ ਜੋ ਸਾਥੀ ਨੌਨ ਸਾਇੰਸ ਬੈਕਗਰਾਊਂਡ ਦੇ ਨੇ ਉਹ ਵੀ ਬੜੀ ਆਸਾਨੀ ਨਾਲ ਸਮਝ ਸਕਣ। ਤਾਂ ਬਿਨਾਂ ਕਿਸੇ ਦੇਰੀ ਦੇ ਆਪਾਂ ਸ਼ੁਰੂ ਕਰਦੇ ਹਾਂ। ਇਹ ਕੁਐਸਚਨਸ ਸੋਲਵ ਕਰਨ ਤੋਂ ਪਹਿਲਾਂ ਆਪਾਂ ਕੁਝ ਟੌਪਿਕਸ ਡਿਸਕਸ ਕਰ ਲਈਏ ਬੇਸਿਕ ਲੈਵਲ 'ਤੇ ਓਬਵੀਅਸਲੀ। ਤਾਂ ਆਪਾਂ ਹਾਈਡਰੋਕਾਰਬਨ ਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਚੈਪਟਰ ਦਾ ਨਾਮ ਹੈ। ਇਹਦਾ ਆਪਾਂ ਪਹਿਲਾਂ ਮੀਨਿੰਗ ਦੇਖ ਲਈਏ ਕਿ ਹਾਈਡਰੋਕਾਰਬਨ ਜਿਹੜਾ ਇਹ ਦੋ ਅੱਖਰਾਂ ਤੋਂ ਬਣਿਆ ਹੋਇਆ ਹੈ, ਹਾਈਡਰੋ ਅਤੇ ਕਾਰਬਨ। ਹਾਈਡਰੋ ਹੈ ਜੋ ਉਹ ਆਪਾਂ ਨੂੰ ਹਾਈਡਰੋਜਨ ਦੇ ਬਾਰੇ ਦੱਸਦਾ ਅਤੇ ਕਾਰਬਨ ਜਿਹੜਾ ਉਹ ਕਾਰਬਨ ਦੇ ਬਾਰੇ ਦੱਸਦਾ। ਇਹ ਦੋਨੇ ਜਦੋਂ ਕਿਸੇ ਵੀ ਮਟੀਰੀਅਲ ਦੇ ਵਿੱਚ ਮੌਜੂਦ ਹੋਣਗੇ ਉਹਨੂੰ ਆਪਾਂ ਹਾਈਡਰੋਕਾਰਬਨ ਦਾ ਨਾਮ ਦੇਵਾਂਗੇ, ਚਾਹੇ ਉਹਦੇ ਵਿੱਚ ਕਿੰਨੇ ਵੀ ਹਾਈਡਰੋਜਨਸ ਪ੍ਰੈਜ਼ੈਂਟ ਹੋਣ, ਕਿੰਨੇ ਵੀ ਕਾਰਬਨ ਪ੍ਰੈਜ਼ੈਂਟ ਹੋਣ, ਕੋਈ ਵੀ ਉਹਨਾਂ ਦੀ ਆਪਸ 'ਚ ਅਨੁਪਾਤ ਰੇਸ਼ੋ ਹੋਵੇ, ਡਜ਼ਨਟ ਮੈਟਰ। ਇਹ ਹਾਈਡਰੋਕਾਰਬਨ ਹੈ ਜੋ ਇਹ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ। ਆਪਾਂ ਤਿੰਨਾਂ ਟਾਈਪਸ ਨੂੰ ਡਿਸਕਸ ਕਰਾਂਗੇ। ਇਹ ਡਿਸਕਸ ਆਪਾਂ ਇਸ ਲਈ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਤਿੰਨਾਂ ਨੂੰ ਪਛਾਣ ਸਕੋ, ਇੱਕ ਦੂਸਰੇ ਦਾ ਤੁਹਾਨੂੰ ਇਹਦੇ ਵਿੱਚ ਭੁਲੇਖਾ ਨਾ ਪਵੇ। ਤਾਂ ਜੋ ਪਹਿਲੀ ਕਿਸਮ ਹੈ ਉਹਦਾ ਨਾਮ ਹੈ ਅਲਕੇਨ, ANE। ਤੁਸੀਂ ਇਹਦੇ ਵਿੱਚ ਕੋਈ ਦੇਖ ਕੇ ਡਰਨਾ ਨਹੀਂ ਕਿ ਇਹ ਕੀ ਆ ਗਿਆ। ਤੁਸੀਂ ਸਿਰਫ ਇੱਕ ਚੀਜ਼ 'ਤੇ ਫੋਕਸ ਕਰੋ ਕਿ ਇਹ ਜਿਹੜੀ ਪਹਿਲੀ ਕਿਸਮ ਹੈ ਇਹਦੇ ਲਾਸਟ 'ਤੇ ਆ ਰਿਹਾ ANE। ਆਪਾਂ ਗੱਲ ਕਰਦੇ ਹਾਂ ਅੱਗੇ ਇਹਨਾਂ ਦੇ ਫਾਰਮੂਲੇ ਦੀ ਕੀ ਖਾਸੀਅਤ ਹੁੰਦੀ ਹੈ। ਦੇਖੋ, ਹਾਈਡਰੋਕਾਰਬਨ ਦੇ ਵਿੱਚ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ C ਅਤੇ H ਦੋਨੇ ਹੋਣਗੇ, ਕਾਰਬਨ ਅਤੇ ਹਾਈਡਰੋਜਨ ਦੋਵੇਂ ਹੋਣਗੇ, ਪਰ ਕਿੰਨੇ ਹੋਣਗੇ ਉਹ ਹੁਣ ਆਪਾਂ ਨੂੰ ਪਤਾ ਲੱਗਿਆ ਏਨ ਨਾਮ ਤੋਂ। ਅਗਰ ਕਿਸੇ ਹਾਈਡਰੋਕਾਰਬਨ ਦੇ ਨਾਮ 'ਚ ਏਨ ਆ ਰਿਹਾ ਹੈ ਤਾਂ ਉਹ ਅਲਕੇਨ ਕੈਟਾਗਰੀ ਨਾਲ ਸੰਬੰਧ ਰੱਖਦਾ। ਉਹਦੇ ਵਿੱਚ ਕਿੰਨੇ ਕਾਰਬਨ ਦੇ ਕਿੰਨੇ ਹਾਈਡਰੋਜਨ ਹੋਣਗੇ। ਕਾਰਬਨ ਦੀ ਗਿਣਤੀ ਜੋ ਹੈ ਉਸ ਤੋਂ ਹਾਈਡਰੋਜਨ ਦੀ ਗਿਣਤੀ ਇਹਨਾਂ ਦੇ ਵਿੱਚ ਕੈਲਕੂਲੇਟ ਕੀਤੀ ਜਾਂਦੀ ਹੈ। ਮੰਨ ਲਓ ਕਾਰਬਨ 10 ਨੇ, ਤਾਂ ਅਗਰ ਉਹ ਅਲਕੇਨ ਨਾਲ ਸੰਬੰਧ ਰੱਖਦਾ ਤਾਂ ਉਹਦੇ ਵਿੱਚ ਹਾਈਡਰੋਜਨ ਕਿੰਨੇ ਹੋਣਗੇ, ਇਹਦਾ ਤੁਸੀਂ ਦੁੱਗਣਾ ਕਰ ਲਓ। ਦੁੱਗਣਾ ਕਰਕੇ ਆਪਣੇ ਕੋਲ ਆ ਗਿਆ 20। ਇਹਦੇ ਵਿੱਚ ਆਪਾਂ 2 ਜੋੜ ਦੇਣਾ ਤਾਂ ਆਪਣੇ ਕੋਲ 2 ਜੋੜਨ ਤੋਂ ਬਾਅਦ ਆ ਜਾਏਗਾ ਆਨਸਰ 22। ਤਾਂ ਇਸ ਦਾ ਮਤਲਬ ਹੈ ਕਿ ਅਗਰ ਕਾਰਬਨ 10 ਹੈ ਤਾਂ ਹਾਈਡਰੋਜਨ 22 ਹੋਣਗੇ, ਉਸਦੇ ਦੁੱਗਣੇ ਤੋਂ 2 ਜ਼ਿਆਦਾ। ਹੁਣ ਅਗਰ ਆਪਾਂ ਇਸ ਨੂੰ ਫਾਰਮੂਲੇ ਦੀ ਫਾਰਮ 'ਚ ਲਿਖਣਾ ਹੋਵੇ ਤਾਂ CN ਹੋਣਗੇ, ਤਾਂ ਆਪਣੇ ਕੋਲ ਹਾਈਡਰੋਜਨ ਹੈ ਜਿਹੜੇ ਉਸ ਦਾ ਦੁੱਗਣਾ ਕਰਕੇ ਵਿੱਚ 2 ਪਲੱਸ ਕਰ ਦੇਣਾ। ਇਹ ਫਾਰਮੂਲਾ ਆਪਣੇ ਕੋਲ ਬਣ ਗਿਆ ਜੀ ਅਲਕੇਨ ਦਾ। ਇਹਨਾਂ ਵਿੱਚ ਇੱਕ ਹੋਰ ਖਾਸੀਅਤ ਹੁੰਦੀ ਹੈ, ਉਹ ਹੈ ਕਿ ਜਿਹੜੇ ਕਾਰਬਨ ਹੈ, ਸਾਰੇ ਦੇ ਸਾਰੇ ਕਾਰਬਨ ਹੈ, ਇਸ ਤਰ੍ਹਾਂ ਦੀ ਕਿੰਨਾ ਮਰਜ਼ੀ ਵੱਡਾ ਫਾਰਮੂਲਾ ਹੋਵੇ, 20 ਕਾਰਬਨ ਹੈ, 50 ਕਾਰਬਨ ਹੈ, ਸਾਰੇ ਕਾਰਬਨ ਇੱਕ ਦੂਸਰੇ ਨਾਲ ਇੱਕ ਲਾਈਨ ਨਾਲ ਜੁੜੇ ਹੋਏ ਨੇ, ਜਿਹਨੂੰ ਆਪਾਂ ਸਿੰਗਲ ਬੌਂਡ ਦਾ ਨਾਮ ਦਿੰਦੇ ਹਾਂ। ਤਾਂ ਇਹ ਸਿੰਗਲ ਬੌਂਡ, ਸਾਰੇ ਬੌਂਡ ਸਿੰਗਲ ਹੋਣਗੇ। ਹਾਂਜੀ, ਤਾਂ ਇਹ ਆਪਣੇ ਕੋਲ ਪਹਿਲੀ ਕੈਟਾਗਰੀ ਦੀ ਸਾਰੀ ਡਿਟੇਲ ਆ ਗਈ। ਨਾਮ ਅਲਕੇਨ ਹੈ, ਇਹਨਾਂ ਦੇ ਲਾਸਟ 'ਤੇ ਏਨ ਹੁੰਦਾ ਹੈ। ਇਹਨਾਂ ਦਾ ਫਾਰਮੂਲਾ ਆ ਗਿਆ ਕਿ ਹਾਈਡਰੋਜਨ ਹੈ ਜਿਹੜੇ ਉਹ ਕਾਰਬਨ ਦੇ ਦੁੱਗਣੇ ਤੋਂ 2 ਵੱਧ ਹੁੰਦੇ ਹੈ ਅਤੇ ਸਾਰੇ ਦੇ ਸਾਰੇ ਬੌਂਡ ਸਿੰਗਲ ਹੁੰਦੇ ਹੈ। ਕੈਟਾਗਰੀ ਨੰਬਰ ਜਿਹੜੀ ਆਪਣੇ ਕੋਲ 2 ਉਹ ਕਰ ਲੈਂਦੇ ਆਪਾਂ। ਦੂਸਰੀ ਕੈਟਾਗਰੀ ਹੈ ਜਿਹੜੀ ਉਹਦਾ ਨਾਮ ਹੈ ਐਲਕੀਨ। ਤਾਂ ਬੜਾ ਸਿਮਿਲਰ ਜਿਹਾ ਨਾਮ ਹੈ। ਇਹਦੇ ਵਿੱਚ ਵੀ ਤੁਸੀਂ ਫੋਕਸ ਕਰਨਾ ਸਿਰਫ ਈਨ 'ਤੇ। ਲਾਸਟ ਦੇ 3 ਅੱਖਰ ਈਨ ਨੇ। ਹੁਣ ਇਹਦੇ ਵਿੱਚ ਫਾਰਮੂਲਾ ਕਿਸ ਤਰ੍ਹਾਂ ਅਲੱਗ ਹੋ ਜਾਂਦਾ ਉਹ ਆਪਾਂ ਡਿਸਕਸ ਕਰਦੇ ਹਾਂ। ਅਗੇਨ ਆਪਣੇ ਕੋਲ C ਅਤੇ H ਦੋਨੇ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ। ਆਪਾਂ ਕੀ ਚੀਜ਼ ਦਾ ਫਰਕ ਰੱਖਣਾ ਹੈ ਕਿ ਅਲਕੇਨ ਨਾਲੋਂ ਇਹਦੀ ਵੱਖਰੀ ਪਛਾਣ ਕਿਵੇਂ ਹੈ। ਤਾਂ ਉਸੇ ਤਰ੍ਹਾਂ ਹੀ ਮੰਨ ਲਓ ਆਪਣੇ ਕੋਲ ਕਾਰਬਨ 10 ਸੀ, ਤਾਂ ਹਾਈਡਰੋਜਨ ਐਲਕੀਨ ਜਿਹੜੇ ਈਨ ਨੇ ਇਹਨਾਂ 'ਚ ਕੱਢਣਾ ਬੜਾ ਆਸਾਨ ਹੈ। ਸਿੰਪਲੀ ਤੁਸੀਂ ਉਹਦਾ 2 ਗੁਣਾ ਕਰ ਦਿਓ 20, ਤਾਂ 20 ਤੁਹਾਡੇ ਕੋਲ ਹੋ ਜਾਣਗੇ ਹਾਈਡਰੋਜਨ। ਤਾਂ ਇੱਥੇ ਆਪਾਂ 20 ਲਿਖ ਦਿੰਦੇ ਹਾਂ। 10 ਕਾਰਬਨ ਤਾਂ 20 ਹਾਈਡਰੋਜਨ, 5 ਕਾਰਬਨ ਤਾਂ 10 ਹਾਈਡਰੋਜਨ। ਅਗਰ ਆਪਾਂ ਇਹਨਾਂ ਦੀ ਫਾਰਮੂਲਾ ਫਾਰਮ ਬਣਾਈਏ, ਮੰਨ ਲਓ CN ਸੀਗੇ ਤਾਂ H ਬਿਲਕੁਲ ਉਸ ਦਾ ਦੁੱਗਣਾ ਹੋਣਗੇ। ਹਾਂਜੀ, ਅੱਗੇ ਆਪਾਂ ਇਹਨਾਂ ਦੇ ਜੋ ਬੌਂਡਸ ਨੇ ਉਹ ਵੀ ਡਿਸਕਸ ਕਰ ਲੈਂਦੇ ਹਾਂ। ਤਾਂ ਅਲਕੀਨ ਦੇ ਵਿੱਚ ਕੀ ਖਾਸ ਹੈ ਕਿ ਜਿਹੜਾ ਵੀ ਆਪਣੇ ਕੋਲੇ ਫਾਰਮੂਲਾ ਹੋਵੇ ਉਹਦੇ ਵਿੱਚ ਇੱਕ ਬੌਂਡ ਨੂੰ ਛੱਡ ਕੇ ਬਾਕੀ ਸਾਰੇ ਬੌਂਡ ਸਿੰਗਲ ਹੋਣਗੇ, ਅਤੇ ਜਿਹੜਾ ਉਹ ਇੱਕ ਬੌਂਡ ਹੈ ਜਿਹੜਾ ਸਿੰਗਲ ਨਹੀਂ ਹੈ ਉਹ ਹੈ ਜੀ ਡਬਲ।
ਤਾਂ ਪੂਰੇ ਦੇ ਪੂਰੇ ਫਾਰਮੂਲੇ ਦੇ ਵਿੱਚ ਇੱਕ ਬੌਂਡ ਇਹ ਜਿਹਾ ਹੋਊਗਾ ਜਿਹੜਾ ਡਬਲ ਹੈ ਤੇ ਬਾਕੀ ਸਾਰੇ ਸਿੰਗਲ ਬੌਂਡ ਹੋਣਗੇ ਹੀ ਹੋਣਗੇ, ਜਿਵੇਂ ਕਿ ਇਹਦੇ ਵਿੱਚ ਸੀ ਉਸੇ ਤਰ੍ਹਾਂ ਨਾਲ ਹੋਣਗੇ, ਪਰ ਇੱਕ ਬੌਂਡ ਜਿਹੜਾ ਉਹ ਡਬਲ ਹੋਏਗਾ। ਤਾਂ ਆਪਾਂ ਜ਼ੂਮ ਆਊਟ ਕਰ ਲੈਂਦੇ ਹਾਂ। ਤੁਹਾਡੇ ਸਾਹਮਣੇ ਦੇਖੋ ਦੋਨਾਂ ਦੇ ਵਿੱਚ ਫਰਕ ਆ ਰਹੇ ਨੇ। ਅਲਕੇਨ 'ਚ ਏਨ ਹੁੰਦਾ ਹੈ, ਅਲਕੀਨ 'ਚ ਈਨ ਹੋਏਗਾ। ਫਾਰਮੂਲੇ ਦੋਨਾਂ ਦੇ ਬਿਲਕੁਲ ਅਲੱਗ ਨੇ, ਬੌਂਡਸ ਦੀ ਗਿਣਤੀ ਦੋਨਾਂ ਦੇ ਵਿੱਚ ਅਲੱਗ ਹੈ। ਤਾਂ ਆਪਾਂ ਤੀਸਰੀ ਕਿਸਮ ਵੀ ਕਰ ਲੈਂਦੇ ਹਾਂ ਜੀ, ਜਿਸ ਦਾ ਨਾਮ ਹੈ ਐਲਕਾਈਨ। ਇਸ ਦੇ ਲਾਸਟ 'ਤੇ YNE ਲੱਗਿਆ ਹੋਏਗਾ। ਇਹਨਾਂ ਦੇ ਫਾਰਮੂਲੇ 'ਚ C ਅਤੇ H ਹੋਣਗੇ ਹੀ ਹੋਣਗੇ। ਮੰਨ ਲਓ C 10 ਨੇ, ਤਾਂ H ਦੀ ਗਿਣਤੀ ਕਿਵੇਂ ਕੱਢਣੀ ਹੈ ਆਇਨ ਵਾਲਿਆਂ ਦੇ ਵਿੱਚ, ਇਸ ਦਾ ਅਗੇਨ ਡਬਲ ਕਰੋਗੇ, ਜਿਵੇਂ ਪਹਿਲਾਂ ਵਾਲਿਆਂ 'ਚ ਕੀਤਾ ਸੀ, ਆ ਗਿਆ 20 ਵਿੱਚੋਂ ਤੁਸੀਂ 2 ਘਟਾ ਦੇਣੇ ਆ ਇਸ ਵਾਰ, ਤਾਂ ਤੁਹਾਡਾ ਆਨਸਰ ਆ ਜਾਏਗਾ ਜੀ 18। ਤਾਂ ਮਤਲਬ ਤੁਹਾਡੇ ਕੋਲ ਹਾਈਡਰੋਜਨ 18 ਨੇ। ਤਾਂ ਇਹ ਤੁਹਾਡੇ ਕੋਲ ਹੋਏਗਾ ਜੀ ਅਲਕਾਈਨ। ਤਾਂ ਅਗਰ ਆਪਾਂ ਇਸ ਨੂੰ ਫਾਰਮੂਲੇ ਦੀ ਫਾਰਮ 'ਚ ਲਿਖਣਾ ਹੋਵੇ ਤਾਂ CN ਨੇ, ਆਪਾਂ ਉਸ N ਦਾ ਦੁੱਗਣਾ ਕੀਤਾ ਸੀ ਅਤੇ ਆਪਾਂ ਉਹਦੇ 'ਚ 2 ਘਟਾ ਦਿੱਤੇ ਸੀ। ਕਈ ਮੇਰੇ ਸਾਥੀਆਂ ਨੇ ਗੈਸ ਕਰ ਹੀ ਲਿਆ ਹੋਏਗਾ ਕਿ ਪਹਿਲਾਂ ਸਿੰਗਲ ਬੌਂਡ ਸੀ, ਫਿਰ ਡਬਲ ਬੌਂਡ ਸੀ, ਅਤੇ ਹੁਣ ਇਸ ਦੇ ਵਿੱਚ ਟ੍ਰਿਪਲ ਬੌਂਡ ਆਊਗਾ। ਤਾਂ ਇੱਕ ਬੌਂਡ ਇਹਨਾਂ ਦੇ ਫਾਰਮੂਲੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਟ੍ਰਿਪਲ ਹੋਊਗਾ, ਬਾਕੀ ਸਾਰੇ ਬੌਂਡ ਅਲਕੇਨ ਵਾਂਗੂ ਸਿੰਗਲ ਹੋਣਗੇ। ਇਹ ਖਾਸੀਅਤ ਹੈ ਜੀ ਇਹਨਾਂ ਦੀ। ਆਪਾਂ ਕੁਝ ਜ਼ੂਮ ਆਊਟ ਕਰ ਲੈਂਦੇ ਤਾਂ ਤੁਹਾਡੇ ਸਾਹਮਣੇ ਤਿੰਨੇ ਹਾਈਡਰੋਕਾਰਬਨ ਦੀਆਂ ਜਿਹੜੀਆਂ ਕੈਟਾਗਰੀਜ਼ ਨੇ, ਤਿੰਨਾਂ ਦੇ ਨਾਮ ਦੇ ਵਿੱਚ ਕੀ ਫ਼ਰਕ ਹੈ, ਤਿੰਨਾਂ ਦੇ ਫਾਰਮੂਲੇ ਦੇ ਵਿੱਚ ਕੀ ਫ਼ਰਕ ਹੈ, ਅਤੇ ਤਿੰਨਾਂ ਦੇ ਬੌਂਡਸ ਦੀ ਗਿਣਤੀ 'ਚ ਕੀ ਫ਼ਰਕ ਹੈ, ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ। ਹਾਂਜੀ, ਇੱਕ ਹੋਰ ਖ਼ਾਸ ਗੱਲ ਕਿ ਜੋ ਹਾਈਡਰੋਕਾਰਬਨਸ ਆਪਾਂ ਕੀਤੇ ਹੋਏ ਨੇ, ਇਸ ਹਾਈਡਰੋਕਾਰਬਨਸ ਨੂੰ ਆਪਾਂ 3 ਕੈਟਾਗਰੀਜ਼ 'ਚ ਪਹਿਲਾਂ ਵੰਡ ਹੀ ਚੁੱਕੇ ਹਾਂ, ਅਲਕੇਨਸ ਅਤੇ ਅਲਕੀਨਸ ਅਤੇ ਅਲਕਾਈਨਸ। ਤਾਂ ਉਹ ਤਾਂ ਹੈ ਹੀ, ਉਹ ਆਪਾਂ ਤਿੰਨੋਂ ਕਰ ਚੁੱਕੇ ਹਾਂ। ਪਰ ਇਸ ਤੋਂ ਇਲਾਵਾ ਇਹਨਾਂ ਨੂੰ 2 ਹੋਰ ਕੈਟਾਗਰੀਜ਼ 'ਚ ਵੰਡਿਆ ਗਿਆ, ਜਿਸ ਦਾ ਬੇਸਿਸ ਥੋੜ੍ਹਾ ਜਿਹਾ ਅਲੱਗ ਹੈ ਕਿ ਹਾਈਡਰੋਕਾਰਬਨਸ ਇੱਕ ਤਾਂ ਹੁੰਦੇ ਹੈ ਸੈਚੂਰੇਟਡ ਟਾਈਪ ਦੇ, ਅਤੇ ਇੱਕ ਹੁੰਦੇ ਹੈ ਅਨਸੈਚੂਰੇਟਡ ਟਾਈਪ ਦੇ। ਸੈਚੂਰੇਟਡ ਹੁੰਦੇ ਹੈ ਜਿਨ੍ਹਾਂ ਦੇ ਵਿੱਚ ਸਿਰਫ ਸਿੰਗਲ ਬੌਂਡਸ ਹੋਣਗੇ, ਅਤੇ ਅਨਸੈਚੂਰੇਟਡ ਜਿਨ੍ਹਾਂ ਦੇ ਵਿੱਚ ਡਬਲ ਐਂਡ ਟ੍ਰਿਪਲ ਹੋਣਗੇ। ਕਹਿਣ ਦਾ ਮਤਲਬ ਸਾਰੇ ਬੌਂਡ ਸਿੰਗਲ ਨਹੀਂ ਹੈਗੇ। ਤਾਂ ਇਹਦੇ ਵਿੱਚ ਸਿੰਗਲ ਨੇ, ਸੈਚੂਰੇਟਡ ਦੇ ਵਿੱਚ ਆਲ ਸਿੰਗਲ ਨੇ, ਇਹਨਾਂ ਦੇ ਵਿੱਚ ਆਲ ਨਾਟ ਸਿੰਗਲ ਨੇ, ਮਤਲਬ ਉਹਨਾਂ ਵਿੱਚ ਡਬਲ ਵੀ ਨੇ ਜਾਂ ਟ੍ਰਿਪਲ ਨੇ, ਸਾਰੇ ਦੇ ਸਾਰੇ ਸਿੰਗਲ ਨਹੀਂ ਹੈਗੇ। ਤਾਂ ਬੇਸਿਕਲੀ ਜੋ ਏਨ ਵਾਲੇ ਨੇ ਉਹ ਸੈਚੂਰੇਟਡ ਨੇ, ਅਤੇ ਜੋ ਈਨ ਵਾਲੇ ਅਤੇ ਆਇਨ ਵਾਲੇ ਹੈ ਇਹ ਦੋਨੇ ਅਨਸੈਚੂਰੇਟਡ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ। ਇਹਨਾਂ ਹਿੰਟਸ ਦੀ ਮਦਦ ਦੇ ਨਾਲ ਤੁਸੀਂ ਬੜੀ ਆਸਾਨੀ ਨਾਲ ਇਹਨਾਂ ਵਿੱਚ ਫ਼ਰਕ ਇਸਟੈਬਲਿਸ਼ ਕਰ ਸਕਦੇ ਹੋਗੇ। ਇਸ ਦੇ ਨਾਲ ਹੀ ਮੈਂ ਤੁਹਾਨੂੰ ਤਿੰਨਾਂ ਦੀ ਨੇਮਿੰਗ ਪ੍ਰੋਸੈਸ ਵੀ ਦੱਸ ਦਿੰਦਾ ਹੈਗਾ। ਆਪਾਂ 3 ਕੰਪਾਊਂਡ ਡਿਸਕਸ ਕੀਤੇ ਸੀ ਜੀ। ਤਾਂ ਐਲਕੇਨ ਵਾਲੇ ਦੇ ਵਿੱਚ ਦੁੱਗਣੇ ਤੋਂ 2 ਵੱਧ ਸੀ, ਤਾਂ ਆਪਣੇ ਕੋਲ 20 ਅਤੇ 2 22 ਹੋ ਗਏ। ਅਲਕੀਨ ਵਾਲੇ 'ਚ ਸਿਰਫ ਦੁੱਗਣਾ ਹੀ ਸੀ, 10 ਦਾ ਦੁੱਗਣਾ 20 ਹੋ ਗਿਆ। ਅਲਕਾਈਨ ਵਾਲੇ 'ਚ ਦੁੱਗਣੇ ਤੋਂ 2 ਘੱਟ ਸੀ, ਤਾਂ 18 ਰਹਿ ਗਏ ਸੀ। ਹੁਣ ਇਹਨਾਂ ਦਾ ਜਿਹੜਾ ਨੇਮਿੰਗ ਪ੍ਰੋਸੈਸ ਹੈ ਉਹ 'ਚ ਤੁਹਾਨੂੰ ਮੈਂ ਸਿਰਫ ਇਹ ਰੋਲ ਸਮਝਾਉਣਾ ਹੈ ਜੀ, ਲਾਸਟ ਵਾਲੇ 3 ਅੱਖਰਾਂ ਦਾ ਕੀ ਰੋਲ ਹੁੰਦਾ ਹੈ। ਤੁਸੀਂ ਇਸ ਫਾਰਮੂਲੇ ਦਾ, ਇਸ ਕੈਮੀਕਲ ਦਾ ਨਾਮ ਰੱਖਣਾ ਹੈ। ਤਾਂ ਇਹ ਤੁਹਾਨੂੰ ਕਲੀਅਰ ਹੈ ਜੀ ਕਿ ਲਾਸਟ ਦੇ ਉਹਦੇ 3 ਅੱਖਰ ਨਾਮ ਦੇ ਏਨ ਹੋਣਗੇ, ਕਿਉਂਕਿ ਇਹਦੇ ਵਿੱਚ ਹਾਈਡਰੋਜਨ ਦੀ ਗਿਣਤੀ ਕਾਰਬਨ ਦੀ ਗਿਣਤੀ ਦੇ ਦੁੱਗਣੇ ਤੋਂ 2 ਵੱਧ ਹੈ। ਤਾਂ ਕਿਉਂਕਿ ਇਹਦੇ ਵਿੱਚ ਕਾਰਬਨ 10 ਹੈ, ਇਸ ਕਰਕੇ ਇਹਦੇ ਨਾਮ ਦੇ ਅੱਗੇ ਲੱਗੇਗਾ ਜੀ DEC, ਡੈਕ। ਡੈਕ ਹੈ ਜਿਹੜਾ ਇੱਕ ਤਰ੍ਹਾਂ ਦਾ ਇੱਕ ਕੋਡ ਹੈ, ਇਹਦਾ ਨੇਮਿੰਗ ਪ੍ਰੋਸੈਸ ਦਾ ਪ੍ਰੀਫਿਕਸ ਹੈ ਕਿ ਜੋ ਆਪਣੇ ਕੋਲ 10 ਕਾਰਬਨ ਹੋਣਗੇ ਕਿਸੇ ਵੀ ਫਾਰਮੂਲੇ ਦੇ ਵਿੱਚ, ਤਾਂ ਉਹਦੇ ਨਾਮ ਦੇ ਅੱਗੇ ਡੈਕ ਲੱਗੇਗਾ। ਏਨ ਕਿਉਂ ਲੱਗਿਆ? ਕਿਉਂਕਿ ਉਸ ਦੇ ਵਿੱਚ ਹਾਈਡਰੋਜਨਾਂ ਦੀ ਗਿਣਤੀ ਉਹ ਦੁੱਗਣੇ ਤੋਂ 2 ਵੱਧ ਸੀ। ਉਸੇ ਤਰ੍ਹਾਂ ਅਗਰ ਆਪਾਂ ਲਕੀਨ ਵਾਲਾ ਕਰਨਾ ਹੋਵੇ ਤਾਂ ਇਹਦੇ ਵਿੱਚ ਡੈਕ ਲੱਗੇਗਾ, ਕਿਉਂਕਿ ਕਾਰਬਨ 10 ਨੇ, DEC। ਅੱਗੇ ਕਿਉਂਕਿ ਜਿਹੜੇ ਹਾਈਡਰੋਜਨ ਹੈ ਉਹ ਸਿਰਫ ਦੁੱਗਣਾ ਹੀ ਹੈ, ਦੈਟ ਮੀਨਸ ਉਹ ਅਲਕੀਨ ਫੈਮਿਲੀ ਨੂੰ ਬਿਲੋਂਗ ਕਰ ਰਿਹਾ ਹੈ, ਤਾਂ ਇੱਥੇ ENE ਆ ਜਾਏਗਾ, ਦੈਟ ਇਜ਼ ਡੈਕੀਨ। ਹੁਣ ਆਪਣੇ ਕੋਲ ਨੈਕਸਟ ਹੈ ਜੋ ਅਗੇਨ 10 ਕਾਰਬਨ ਹੈ, ਦੈਟ ਮੀਨਸ ਡੈਕ ਤਾਂ ਆਏਗਾ ਹੀ ਆਏਗਾ, ਪਲੱਸ ਆਪਣੇ ਕੋਲ ਨਾਲ 18 ਹਾਈਡਰੋਜਨ ਹੈ, ਤਾਂ ਇਹਦਾ ਮਤਲਬ ਆਇਨ ਫੈਮਿਲੀ ਨੂੰ ਬਿਲੋਂਗ ਕਰਦਾ ਹੈ, ਦੁੱਗਣੇ ਤੋਂ 2 ਘੱਟ, ਤਾਂ ਇੱਥੇ ਆਇਨ ਲੱਗ ਜਾਵੇਗਾ, ਡੈਕਾਈਨ। ਤਾਂ ਤੁਸੀਂ ਨਾਮ ਤੋਂ ਹੀ ਪਛਾਣ ਕਰ ਸਕਦੇ ਹੋ ਕਿ ਫੈਮਿਲੀ ਕਿਹੜੀ ਹੈ, ਉਹਦੇ ਵਿੱਚ ਕਾਰਬਨ ਕਿੰਨੇ ਹੋਣਗੇ, ਉਹਦੇ ਵਿੱਚ ਹਾਈਡਰੋਜਨ ਕਿੰਨੇ ਹੋਣਗੇ। ਤਾਂ ਇਹ ਜੋ ਫਰਕ ਹੈ ਤਿੰਨਾਂ ਦੇ ਵਿੱਚ ਤੁਹਾਨੂੰ ਉਮੀਦ ਹੈ ਕਿ ਕਲੀਅਰ ਹੋ ਚੁੱਕਿਆ ਹੋਵੇਗਾ।
ਇਹਨਾਂ ਦੇ ਵਿੱਚ C ਤੇ H ਦੀ ਗਿਣਤੀ, ਫਾਰਮੂਲੇ ਕਿਸ ਤਰ੍ਹਾਂ ਬਣਨਗੇ, ਬੌਂਡਸ ਦਾ ਕੀ ਫ਼ਰਕ ਹੋਏਗਾ, ਇਹ ਸਭ ਨੂੰ ਕਲੀਅਰ ਹੋ ਚੁੱਕਿਆ ਹੋਵੇਗਾ। ਜੇ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਤਾਂ ਪਲੀਜ਼ ਲਾਈਕ ਦਾ ਬਟਨ ਪ੍ਰੈਸ ਕਰਨਾ, ਸਾਨੂੰ ਉਸ ਨਾਲ ਕਾफ़ੀ ਹੈਲਪ ਮਿਲੇਗੀ। ਸਿਮਿਲਰ ਟੌਪਿਕਸ 'ਤੇ ਜਾਂ ਸਾਇੰਸ ਦੇ ਹੋਰ ਟੌਪਿਕਸ 'ਤੇ ਜੋ ਵੀ ਵੀਡੀਓ ਤੁਸੀਂ ਅੱਗੇ ਦੇਖਣਾ ਚਾਹੋਗੇ ਉਹ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ, ਤਾਂ ਜੋ ਅਸੀਂ ਆਉਣ ਵਾਲੀਆਂ ਵੀਡੀਓਜ਼ ਤੁਹਾਡੀ ਲੋੜ ਦੇ ਅਕੋਰਡਿੰਗ ਡਿਜ਼ਾਈਨ ਕਰ ਸਕੀਏ। ਤੁਹਾਡਾ ਸਮਾਂ ਦੇਣ ਦੇ ਲਈ ਸਾਥੀਓ ਧੰਨਵਾਦ।